वाहिगुरु जी का खालसा वाहिगुरु जी की फतेह। सत संगत जीओ, आप सारिਆਂ ਦੇ ਚਰਨਾਂ ਵਿੱਚ ਦਾਸ ਇਹ ਵੀਡੀਓ ਲੈ ਕੇ ਹਾਜ਼ਰ ਹੋਇਆ ਜੋ ਗੁਰੂ ਪੰਥ ਅਤੇ ਗੁਰੂ ਗ੍ਰੰਥ ਜੀ ਦੀ ਆਨ ਸ਼ਾਨ ਬਾਣ ਦੇ ਸੰਬੰਧ ਵਿੱਚ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਜੋ ਸ਼੍ਰੋਮਣੀ ਕਮੇਟੀ ਵਿਚਕਾਰ ਅਤੇ ਸੰਗਤ ਦੇ ਵਿਚਕਾਰ ਆਪਸੀ जो टकराव चल रहा है और पिछले दिनों तो सारी दुनिया देख रही है। सो दास इस संबंध दे विच तुहाडे नाल गल करेगा। उस तो पहला दास आप संगतां दे नाल दुख जाहिर करता है। मेरे बहुत ही हरमन प्यारे गुरु के कीर्तनीय भाई हरनाम सिंह जी श्रीनगर वाले हजूरी रागी श्री दरबार साहब ਅੰਮ੍ਰਿਤਸਰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ। ਸੋ ਉਹਨਾਂ ਦੇ ਲਈ ਗੁਰੂ ਚਰਨਾਂ 'ਚ ਅਰਦਾਸ ਹੈ। ਆਪ ਵੀ ਸਾਰੇ ਅਰਦਾਸ ਕਰੋ ਗੁਰੂ ਸਾਹਿਬ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੇ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦੀ ਸਮਰੱਥਾ ਸਤਿਗੁਰੂ ਜੀ ਬਖਸ਼ਿਸ਼ ਕਰਨ। ਨਾਲ ਹੀ ਸੁਣਨ 'ਚ ਆ ਰਿਹਾ ਹੈ ਕਿ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਉਹ ਵੀ ਬਿਮਾਰ ਚੱਲ ਰਹੇ ਹਨ। ਸੋ ਸਾਰੀ ਕੌਮ ਨੂੰ, ਸਾਰੇ ਪੰਥ ਨੂੰ ਦਾਸ ਬੇਨਤੀ ਕਰੇਗਾ ਕਿ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਲਈ ਆਪ ਜੀ ਸਾਰੇ ਮਿਲ ਕੇ ਅਰਦਾਸ ਕਰੋ। ਸੋ ਇਹ ਤਾਂ ਬੇਨਤੀਆਂ ਸਨ ਉਹਨਾਂ ਗੁਰਸਿੱਖਾਂ ਲਈ ਜਿਨ੍ਹਾਂ ਨੇ ਕੌਮ ਨੂੰ ਬਹੁਤ ਵੱਡੀ ਦੇਣ ਦਿੱਤੀ। ਸਾਧ ਸੰਗਤ ਜੀ, ਹੁਣ ਆਪ ਜੀ ਨਾਲ ਦਾਸ ਦੀ ਬੇਨਤੀ ਹੈ। ਭਾਈ ਗੁਰਦਾਸ ਜੀ ਹੁਣਾਂ ਨੇ ਬੜੇ ਕਮਾਲ ਦੇ ਬਚਨ ਸਾਡੇ ਨਾਲ ਸਾਂਝੇ ਕੀਤੇ। ਭਾਈ ਗੁਰਦਾਸ ਜੀ ਲਿਖਦੇ ਨੇ, ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ ਇਹ 22ਵੀਂ ਪੌੜੀ ਹੈ, ਜਿਸ ਦੇ ਰਾਹੀਂ ਉਹਨਾਂ ਨੇ ਇੱਕ ਗੱਲ ਸਾਡੇ ਸਾਹਮਣੇ ਰੱਖੀ ਕਿ ਜੇ ਸਵਾਂਗ ਉਤਾਰ ਕੇ ਗੁਰੂ ਵੀ ਲੋਕਾਂ ਨੂੰ ਭਰਮਾਂ ਵਿੱਚ ਪਾਏ, ਆਓ ਗੁਰੂ ਆਪ ਹੀ ਕੋਈ ਸਵਾਂਗ ਬਣਾਏ ਅਤੇ ਭਰਮਾਂ ਵਿੱਚ ਪਾ ਦੇਵੇ ਅਤੇ ਸਿੱਖ ਵਿਚਾਰਾ ਕੀ ਕਰ ਸਕਦਾ ਹੈ। ਸੋ ਪਿਆਰ ਵਾਲਿਓ, 10ਵੇਂ ਪਾਤਸ਼ਾਹ ਜਦੋਂ ਹਜ਼ੂਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜੋਤੀ ਜੋ ਸਮਾਏ, ਉਸ ਵੇਲੇ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਮੇਰੀ ਆਤਮਾ ਗ੍ਰੰਥ ਵਿੱਚ ਹੈ ਅਤੇ ਮੇਰਾ ਸਰੀਰ ਪੰਥ ਵਿੱਚ ਹੈ। ਆਤਮਾ ਗ੍ਰੰਥ ਵਿੱਚ ਹੈ, ਗੁਰੂ ਗ੍ਰੰਥ ਸਾਹਿਬ ਜੀ ਸਾਰੀ ਕੌਮ ਦੀ ਅਗਵਾਈ ਕਰ ਰਹੇ ਹਨ। ਪਰ ਪਿਆਰ ਵਾਲਿਓ, ਅੱਜ ਜਿਹੜਾ ਸਰੀਰ ਪੰਥ ਵਿੱਚ ਹੈ, ਜਿਹੜੀ ਗੱਲ 10ਵੇਂ ਪਾਤਸ਼ਾਹ ਨੇ ਆਖੀ ਸੀ, ਪੰਥ ਨੂੰ ਅਸੀਂ ਦੇਖ ਰਹੇ ਹਾਂ ਕਿ ਉਹ ਆਪਣੇ ਫਰਜ਼ਾਂ ਤੋਂ ਹੌਲੀ ਹੌਲੀ ਬਾਗੀ ਹੁੰਦਾ ਚਲਾ ਜਾ ਰਿਹਾ ਹੈ। ਆਓ ਕਿ ਜੋ ਖਾਲਸਾ ਪੰਥ ਦੇ ਫਰਜ਼ ਬਣਦੇ ਸਨ, ਸਾਰਾ ਹੀ ਖਾਲਸਾ ਪੰਥ ਆਪਸ ਦੇ ਵਿੱਚ ਵੰਡਿਆ ਜਾ ਚੁੱਕਿਆ ਹੈ। ਜਥੇਬੰਦੀਆਂ ਵਿੱਚ, ਆਪਸ ਧੜੇਬਾਜ਼ੀਆਂ ਦੇ ਵਿੱਚ। ਸੋ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਭਾਈ ਗੁਰਦਾਸ ਜੀ ਦੇ ਜਿਹੜੇ ਬਚਨ ਨੇ, ਜੇ ਗੁਰੂ ਪੰਥ ਸਾਨੂੰ ਉਜੜੇ ਪਾਏਗਾ, ਭਰਮਾਂ ਵਿੱਚ ਪਾਏਗਾ, ਭਟਕਣਾ ਵਿੱਚ ਪਾਏਗਾ, ਫਿਰ ਦੱਸੋ ਕੌਮ ਦੀ ਅਗਵਾਈ ਕੌਣ ਕਰੇਗਾ ਅਤੇ ਬਾਕੀ ਜਿਹੜੇ ਸਿੱਖ ਨੇ ਉਹਨਾਂ ਦੇ ਕੀ ਹਾਲਾਤ ਹੋਣਗੇ। ਆਓ ਕਿ ਮੈਂ ਆਪ ਜੀ ਦੇ ਨਾਲ ਭਾਈ ਗੁਰਦਾਸ ਜੀ ਦੀ ਇਸ ਵਾਰ ਦੇ ਰਾਹੀਂ ਇਹ ਵਿਚਾਰ ਸਾਂਝੀ ਕਰਨ ਦਾ ਦਾਸ ਦਾ ਯਤਨ ਹੈ ਕਿ ਜੋ ਸਾਡੀ ਪੰਥਕ ਜਮਾਤ ਹੈ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਇਹ ਉਹ ਜਮਾਤ ਹੈ, ਕਿਉਂਕਿ ਅਕਾਲੀ ਦਲ ਜਿਹੜਾ ਹੈ ਇੱਕ ਰਾਜਨੀਤਿਕ ਤੌਰ ਤੋਂ ਭਰਿਆ ਸੀ ਅਤੇ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਹ ਧਾਰਮਿਕ ਤੌਰ ਤੋਂ ਜਥੇਬੰਦ ਹੋਈ ਜਿਹੜੀ ਇੱਕ ਕਮੇਟੀ ਸੀ, ਜੋ ਸਿੱਖਾਂ ਨੇ ਬਹੁਤ ਖੂਨ ਆਪਣੇ ਇਸ ਕੌਮ ਦੀ ਜੜ੍ਹਾਂ ਵਿੱਚ ਪਾ ਕੇ ਇਸ ਜਮਾਤ ਨੂੰ ਖੜ੍ਹਾ ਕੀਤਾ ਸੀ। ਆਓ ਕਿ ਸਿੱਖ ਪੰਥ ਦੀ ਬਹੁਤ ਵੱਡੀ ਜਥੇਬੰਦੀ ਜਾਂ ਸਿੱਖ ਕੌਮ ਦੀ ਮੁੱਖ ਜਥੇਬੰਦੀ ਸ਼੍ਰੋਮਣੀ ਕਮੇਟੀ
ਤੇ ਅੱਜ ਤੁਸੀਂ ਵੇਖੋ, ਜੇ ਇਹ ਸਾਨੂੰ ਉਜੜੇ ਪਾ ਦੇਣਗੇ, ਇਹ ਲੋਕ ਹੀ ਪੰਥ ਦੀ ਸਹੀ ਅਗਵਾਈ ਨਹੀਂ ਕਰਨਗੇ, ਤਾਂ ਪਿਆਰ ਵਾਲਿਓ ਦੱਸੋ ਆਮ ਸਿੱਖਾਂ ਦਾ ਕੀ ਹਾਲ ਹੋਵੇਗਾ, ਜਾਂ ਆਮ ਸਿੱਖ ਜਿਹੜੇ ਨੇ ਆਪਣੀ ਗੱਲਬਾਤ ਨੂੰ ਕਿਸ ਦੇ ਅੱਗੇ ਜਾ ਕੇ ਦੱਸਣਗੇ। ਭਾਈ ਗੁਰਦਾਸ ਜੀ ਦੇ ਇਹ ਬਚਨ, ਜੇ ਗੁਰ ਭਰਮਾਏ ਸਾਂਗ ਕਰ, ਕਿਆ ਸਿੱਖ ਵਿਚਾਰਾ, ਆਮ ਸਿੱਖ ਕੀ ਕਰ ਸਕਦਾ ਹੈ। ਫਿਰ ਵੀ ਪਿਛਲੇ ਦਿਨਾਂ ਦੇ ਵਿੱਚ 328 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਸ਼੍ਰੋਮਣੀ ਕਮੇਟੀ ਦੀ ਅੱਖਾਂ ਦੇ ਸਾਹਮਣੇ ਉੱਥੋਂ ਗਾਇਬ ਹੋ ਜਾਂਦੇ ਹਨ। ਅੰਦਰ ਖਾਤੇ ਇਹ ਚਰਚਾ ਚੱਲਦੀ ਹੈ। ਫਿਰ ਰਾਗੀਆਂ ਵਾਲਾ ਇਸ਼ੂ ਆ ਜਾਂਦਾ ਹੈ, ਰਾਗੀਆਂ ਦਾ ਅਤੇ ਹੈਡ ਗ੍ਰੰਥੀ ਵਾਲਾ। ਮੈਨੂੰ ਤਾਂ ਕੁਛ ਲੋਕਾਂ ਨੇ ਇਹ ਵੀ ਕਿਹਾ ਵੀ ਇਹ ਵੀ ਇਸ ਕਰਕੇ ਸੀ ਵੀ ਤਾਂ ਕਿ ਉਹ ਜਿਹੜੇ ਸਰੂਪ ਗਾਇਬ ਹੋਏ ਨੇ ਉਹਨਾਂ ਦੇ ਬਾਰੇ ਕੋਈ ਚਰਚਾ ਨਾ ਕਰੇ, ਲੋਕਾਂ ਦਾ ਧਿਆਨ ਇਸ ਪਾਸੋਂ ਹਟ ਜਾਏ ਅਤੇ ਉਸ ਪਾਸੇ ਜਾ ਕੇ ਲੱਗ ਜਾਏ। ਖੈਰ ਉਹ ਮਸਲਾ ਵੀ ਗੁਰੂ ਸਾਹਿਬ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਹੋਈ ਹੱਲ ਹੋਇਆ। ਹੁਣ ਜਿਹੜੇ ਸਿੱਖ ਦਰਦੀ ਲੋਕ ਨੇ, ਜਿਨ੍ਹਾਂ ਦੇ ਅੰਦਰ ਪੰਥ ਦਾ ਦਰਦ ਹੈ, ਪੰਥ ਦੇ ਦਰਦੀ ਲੋਕ ਇਕੱਠੇ ਹੋ ਕੇ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਸ਼ਾਂਤਮਈ ਰੋਸ ਕਰਨ ਵਾਸਤੇ ਪਹੁੰਚੇ, ਕਿਉਂਕਿ ਉਹਨਾਂ ਦੇ ਅੰਦਰ ਗੁਰੂ ਗ੍ਰੰਥ ਅਤੇ ਗੁਰੂ ਪੰਥ ਦਾ ਦਰਦ ਹੈ। ਆਪਣੇ ਦਰਦ ਨੂੰ ਲੈ ਕੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਰੋਸ ਕਰ ਰਹੇ ਸਨ, ਔਰ ਇਹ ਪੁੱਛਣਾ ਚਾਹ ਰਹੇ ਸਨ ਵੀ ਆਪ ਜੀ ਦੱਸੋ, ਸਾਰੀ ਕੌਮ ਜਿਹੜੀ ਉਹ ਦੁਬਿਧਾ ਵਿੱਚ ਪਈ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ 328 ਬੀੜਾਂ ਉਹ ਕਿੱਥੇ ਗਈਆਂ, ਕਿਸ ਥਾਂ 'ਤੇ ਗਈਆਂ, ਕਿਹਨੂੰ ਵੇਚੀਆਂ ਗਈਆਂ। ਸਾਰੇ ਕੌਮ ਨੂੰ ਇਹ ਤੁਸੀਂ ਜਨਤਕ ਕਰੋ ਸਾਰੀ ਗੱਲ, ਤਾਂ ਕਿ ਜੋ ਸਿੱਖ ਕੌਮ ਦੇ ਅੰਦਰ ਇਹ ਜਿਹੜੀ ਦੁਬਿਧਾ ਪਈ ਹੈ ਇਹ ਇੱਕ ਪਾਸੇ ਹੋ ਸਕੇ। ਵੀ ਸਿੱਖ ਕੌਮ ਦੇ ਵਿੱਚ ਪਹਿਲਾਂ ਤਾਂ ਆਮ ਘੋਟਾਲੇ ਅਸੀਂ ਸੁਣਦੇ ਸੀ ਵੀ ਦਾਲ ਚੋਰੀ ਹੋ ਗਈ, ਆਟਾ ਚੋਰੀ ਹੋ ਗਿਆ, ਜਾਂ ਹੋਰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਚੋਰੀ ਹੋ ਗਈਆਂ। ਪਰ ਹੁਣ ਹੈਰਾਨੀ ਦੀ ਗੱਲ ਹੈ ਕਿ ਕੌਮ ਜਿਸ ਦੇ ਅੱਗੇ ਸੀਸ ਨਿਭਾਉਂਦੀ ਹੈ, ਜੋ ਸਿੱਖ ਦੀ ਆਤਮਾ ਅਖਵਾਉਂਦੀ ਹੈ, ਉਹ ਆਤਮਾ ਪਾਓ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੇ ਅੱਗੇ ਸਿੱਖ ਸ਼੍ਰੋਮਣੀ ਕਮੇਟੀ ਸਾਰੇ ਜਥੇਬੰਦੀਆਂ ਮੱਥਾ ਟੇਕਦੀਆਂ ਨੇ, ਅੱਜ ਉਹ ਗੁਰੂ ਗ੍ਰੰਥ ਸਾਹਿਬ ਜੀ ਅਸੀਂ ਵੇਚੇ ਹਨ, ਉੱਥੋਂ ਲਾਪਤਾ ਹੋਏ ਹਨ, ਉਹਨਾਂ ਦਾ ਅਸੀਂ ਘਪਲਾ ਕੀਤਾ ਹੈ, ਘੋਟਾਲਾ ਕੀਤਾ ਹੈ, ਕੀ ਕੀਤਾ ਗਿਆ, ਉਹ ਸਾਰੀ ਗੱਲ ਜਨਤਾ ਦੇ ਸਾਹਮਣੇ ਰੱਖ ਦਿੰਦੇ, ਸਿੱਖਾਂ ਦੇ ਸਾਹਮਣੇ ਰੱਖ ਦਿੰਦੇ, ਤਾਂ ਜੋ ਕੋਈ ਗੱਲ ਹੋਣੀ ਨਹੀਂ ਸੀ। ਸਗੋਂ ਉਹਨੂੰ ਲੁਕਾਇਆ ਜਾ ਰਿਹਾ ਹੈ। ਸਗੋਂ ਚੰਗਾ ਹੋਵੇ ਕਿ ਕੌਮ ਦੇ ਜਿਤਨੇ ਭਰਮ ਅਸੀਂ ਫੈਲਾਉਂਦੇ ਜਾ ਰਹੇ ਇਹਨਾਂ ਨੂੰ ਘਟਾਉਣਾ ਚਾਹੀਦਾ ਹੈ, ਔਰ ਪੰਥ ਦਾ ਦਰਦ ਲੈ ਕੇ ਸਾਨੂੰ ਕੰਮ ਕਰਨਾ ਚਾਹੀਦਾ ਹੈ। ਨਹੀਂ ਤਾਂ ਖਾਲਸਾ ਜੀ ਸੱਚ ਜਾਣਨਾ, ਜੇ ਅੱਜ ਤੁਸੀਂ ਸਹੀ ਤਰੀਕੇ ਦੇ ਨਾਲ ਕੌਮ ਦੀ ਅਗਵਾਈ ਨਹੀਂ ਕਰੋਗੇ ਤਾਂ ਕੱਲ੍ਹ ਨੂੰ, ਜਿਵੇਂ ਕਿ ਨਾਰਾਇਣ ਮਹੰਤ ਦਾ ਇਤਿਹਾਸ ਹੈ, ਗੁਸਤਾਖੀ ਮਾਫ਼ ਕਰ ਦੇਣਾ, ਉਹ ਇਤਿਹਾਸ ਤੁਹਾਡਾ ਵੀ ਲਿਖਿਆ ਜਾਏਗਾ, ਲੋਕਾਂ ਨੇ ਤੁਹਾਨੂੰ ਵੀ ਉਸੀ ਕੈਟਾਗਰੀ ਵਿੱਚ ਖੜਾ ਕਰ ਦੇਣਾ। ਇਸ ਕਰਕੇ ਜ਼ਿੰਮੇਵਾਰੀਆਂ ਬਹੁਤ ਵੱਡੀਆਂ ਨੇ ਤੁਹਾਡੇ ਕੋਲ। ਆਪਾਂ ਨੂੰ ਸਾਰਿਆਂ ਨੂੰ, ਭਾਵੇਂ ਸਾਡੇ ਜਥੇਦਾਰ ਸਾਹਿਬਾਨ ਹੋਣ ਤਖਤਾਂ ਦੇ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਸਗੋਂ ਨਿਮਰਤਾ ਦੇ ਵਿੱਚ ਇਹ ਤਾਂ ਕੌਮ ਦੀ ਅਗਵਾਈ ਕਰਨ ਵਾਸਤੇ ਅਤੇ ਕੌਮ ਦੀ ਹਰ ਪੱਖ ਤੋਂ ਰਾਖੀ ਕਰਨ ਵਾਸਤੇ ਬਣੇ ਸਨ। ਪਰ ਸੱਚ ਜਾਣਨਾ, ਜੇ ਇਹੀ ਸਾਨੂੰ ਭਰਮਾਂ ਵਿੱਚ ਪਾਉਣ, ਇਹੀ ਕੌਮ ਨੂੰ ਵੇਚਣ 'ਤੇ ਲੱਗ ਜਾਣ, ਤੇ ਹੋਰ ਕੌਮ ਦੀ ਬਾਂਹ ਖੋਣ ਪੜੇਗਾ। ਭਾਈ ਗੁਰਦਾਸ ਜੀ ਦੇ ਇਹ ਬਚਨ, ਜੇ ਮਾਉ ਪੁੱਤੈ ਵਿਸਦੇ ਤਿਸ ਤੇ ਕਿਸ ਪਿਆਰਾ। ਜੇ ਇੱਕ ਮਾਂ ਹੀ ਆਪਣੇ ਪੁੱਤਰ ਨੂੰ ਜ਼ਹਿਰ ਦੇ ਦੇਵੇ, ਤੇ ਮਾਂ ਤੋਂ ਪਿਆਰਾ ਪੁੱਤਰ ਕਿਸੇ ਨੂੰ ਨਹੀਂ ਹੁੰਦਾ। ਪਾਓ ਕਿ ਮਾਂ ਆਪਣੇ ਬੱਚੇ ਨੂੰ ਜ਼ਹਿਰ ਦੇ ਦੇਵੇ ਤੇ ਕੌਣ ਬਚਾ ਸਕਦਾ ਹੈ। ਪਾਓ ਕਿ ਕੌਮ ਦੇ ਆਗੂ ਹੀ ਕੌਮ ਨੂੰ ਇਸ ਤਰ੍ਹਾਂ ਵਿਸ ਦੇ ਰਹੇ ਹਨ, ਬਾਰ-ਬਾਰ ਕੌਮ ਦਾ ਜਿਹੜਾ ਆਤਮਾ ਹੈ ਉਸ ਨੂੰ ਦਿਖਾ ਰਹੇ ਹਨ। ਅਤੇ ਪਿਆਰ ਵਾਲਿਓ, ਸੱਚ ਜਾਣਨਾ, ਅਤੇ ਤੁਹਾਡੇ ਨਾਲੋਂ ਤੱਕ ਕੌਮ ਕਿਸੇ ਹੋਰ ਨੂੰ ਪਿਆਰੀ ਹੋ ਨਹੀਂ ਸਕਦੀ ਨਾ। ਤੁਸੀਂ ਕੌਮ ਦੇ ਆਗੂ ਹੋ, ਕੌਮ ਦੀ ਰਾਖੀ ਦੀ ਜਿਹੜੀ ਬਾਗਡੋਰ ਹੈ ਤੁਹਾਡੇ ਹੱਥ ਵਿੱਚ ਹੈ। ਗੁਰਸਿੱਖਾਂ ਨੇ ਤੁਹਾਨੂੰ ਚੁਣ ਕੇ ਆਪਣਾ ਆਗੂ ਬਣਾਇਆ ਸੀ ਵੀ ਤੁਸੀਂ ਸਾਡੀ ਹਰ ਪੱਖੋਂ, ਹਰ ਦੇਸ਼ ਵਿੱਚ, ਹਰ ਥਾਂ 'ਤੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੀ ਅਗਵਾਈ ਕਰੋ। ਪਰ ਜੇ ਤੁਸੀਂ ਇਸ ਤਰ੍ਹਾਂ ਕਰੋਗੇ ਤਾਂ ਹਾਲਾਤ ਇਹ ਨੇ, ਜੇ ਮਾਉ ਪੁੱਤੈ ਵਿਸਦੇ ਤਿਸ ਤੇ ਕਿਸ ਪਿਆਰਾ, ਜੇ ਕਰ ਪੰਨੈ ਪਾਹੂਰਾ ਕੌਣ ਰੱਖਣ ਹਾਰਾ। ਘਰ ਦੇ ਬਾਹਰ ਚੌਕੀਦਾਰ, ਪਹਿਰੇਦਾਰ ਖੜਾ ਕਰਦੇ ਹਾਂ ਇਸ ਕਰਕੇ ਘਰ ਦੀ ਰਾਖੀ ਹੋ ਸਕੇ। ਪਰ ਜੇ ਪਹਿਰੇਦਾਰ ਹੀ ਕਹਿੰਦੇ ਸੰਨ ਮਾਰ ਲਵੇ ਅਤੇ ਘਰ ਨੂੰ ਲੁੱਟ ਲਵੇ, ਤੇ ਦੱਸੋ ਕੌਣ ਰੱਖਿਆ ਕਰੇਗਾ। ਤੁਸੀਂ ਕੌਮ ਦੇ ਪਹਿਰੇਦਾਰ ਹੋ, ਭਾਵੇਂ ਸ਼੍ਰੋਮਣੀ ਕਮੇਟੀ ਹੋਵੇ, ਭਾਵੇਂ ਸਿੱਖ ਪੰਥ ਦੇ ਜਥੇਦਾਰ ਸਾਹਿਬਾਨ ਹੋਣ, ਪੰਥਕ ਜਥੇਬੰਦੀਆਂ ਹੋਣ,
ਇਹ ਸਾਰੀਆਂ ਜ਼ਿੰਮੇਵਾਰ ਨੇ, ਕਿਉਂਕਿ ਸਾਰਿਆਂ ਦੇ ਹੱਥ ਵਿੱਚ ਕੌਮ ਦੀ ਅਗਵਾਈ ਹੈ। ਤੇ ਇੱਕ ਵਿਚਾਰ ਕਰੋ, ਕਿਤੇ ਜੇ ਅਸੀਂ ਪਹਿਰੇਦਾਰ ਲੋਕ ਹੀ ਸੋ ਗਏ ਹਾਂ ਔਰ ਸੋ ਅਸੀਂ ਗਏ ਹਾਂ ਸੱਚ ਦੇ ਅੰਦਰ। ਖਿਆਲ ਕਰਨਾ, ਜੇ ਟ੍ਰੇਨ ਦਾ ਡਰਾਈਵਰ ਸੋ ਜਾਏ ਤਾਂ ਬਾਕੀ ਸਵਾਰੀਆਂ ਦੀ ਬਚਣ ਦੀ ਆਸ ਨਹੀਂ। ਜੇ ਜਹਾਜ਼ ਦਾ ਮੱਲਾ ਹੀ ਸੋ ਜਾਏ ਤਾਂ ਉਹ ਜਹਾਜ਼ ਆਖਿਰ ਡੁੱਬ ਜਾਂਦਾ ਹੈ। ਇਹੀ ਹਾਲਾਤ ਅੱਜ ਸਾਡੇ ਬਣੇ ਨੇ। ਅਸੀਂ ਮਾਇਆ 'ਚ ਗਲਤਾਨ ਹੋ ਕੇ ਡੁੱਬ ਗਏ ਹਾਂ, ਮਾਇਆ ਦੀ ਦਲਦਲ ਦੇ ਵਿੱਚ, ਅਤੇ ਅਸੀਂ ਲੋਕਾਂ ਨੂੰ ਪਾਰ ਕਰਨਾ ਸੀ ਅਤੇ ਅਸੀਂ ਤਾਂ ਆਪ ਡੁੱਬੇ ਪਏ ਹਾਂ। ਭਾਈ ਗੁਰਦਾਸ ਜੀ ਅੱਗੇ ਲਿਖਦੇ ਨੇ, ਬੇੜੀ ਡੋਬੈ ਪਾਤਨੀ ਕੌਣ ਪਾਰ ਉਤਾਰਾ। ਜੇ ਮੱਲਾ ਹੀ ਬੇੜੀ ਨੂੰ ਡੋਬ ਦੇਵੇ ਤਾਂ ਦੱਸੋ ਲੋਕਾਂ ਨੂੰ ਪਾਰ ਕੌਣ ਕਰੇਗਾ। ਆਓ ਕਿ ਤੁਹਾਡੇ ਜਿਹੜੇ ਫਰਜ਼ ਸਨ, ਜੇ ਤੁਸੀਂ ਲੋਕਾਂ ਨੂੰ ਕਿਨਾਰੇ ਲਾਉਣਾ ਸੀ, ਦੁਬਿਧਾ ਤੋਂ ਬਚਾਉਣਾ ਸੀ, ਦੁਚਿੱਤੇ ਤੋਂ ਬਚਾਉਣਾ ਸੀ, ਤੁਸੀਂ ਕੌਮ ਦੀ ਸੁਚੱਜੀ ਅਗਵਾਈ ਕਰਨੀ ਸੀ, ਤੁਸੀਂ ਕੌਮ ਦਾ ਹਰ ਦੁੱਖ ਦਰਦ ਜਿਹੜਾ ਸੁਣਨਾ ਸੀ, ਪਰ ਜੇ ਮੱਲਾ ਹੀ ਬੇੜੀ ਨੂੰ ਡੋਬ ਦੇਵੇ ਤਾਂ ਪਿਆਰ ਵੱਲੋਂ ਕੌਣ ਪਾਰ ਉਤਾਰ ਸਕਦਾ ਹੈ ਔਰ ਕੌਣ ਉਸ ਬੇੜੀ ਨੂੰ ਦੂਜੇ ਕਿਨਾਰੇ 'ਤੇ ਲਾ ਸਕਦਾ ਹੈ। ਫਿਰ ਭਾਈ ਗੁਰਦਾਸ ਜੀ ਨੇ ਉਦਾਹਰਨ ਦਿੱਤੀ, ਆਗੂ ਲੈ ਉੱਜੜ ਪਵੈ ਕਿਸ ਕਰੈ ਪੁਕਾਰਾ। ਕਹਿੰਦੇ ਆਗੂ ਹੋਵੇ ਕੌਮ ਦਾ, ਉਹੀ ਉਜੜੇ ਪੈ ਜਾਏ, ਕੁਰਾਹੇ ਪੈ ਜਾਏ ਤਾਂ ਦੱਸੋ ਤਾਂ ਸਹੀ ਆਮ ਬੰਦਾ ਕਿਸ ਦੇ ਅੱਗੇ ਜਾ ਕੇ ਪੁਕਾਰ ਕਰੇ। ਦੇਖੋ ਨਾ ਤੁਸੀਂ, ਜਿਹੜੇ ਸਿੱਖ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰਨ ਵਾਸਤੇ ਗਏ, ਰੋਸ ਮੁਜ਼ਾਹਰਾ ਕਰਨ ਵਾਸਤੇ ਗਏ, ਉਹ ਸ਼ਾਂਤਮਈ ਤਰੀਕੇ ਨਾਲ ਬੈਠੇ ਸਨ, ਪਰ ਤੁਸੀਂ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਉੱਤੇ ਡੰਡੇ ਫੇਰਨੇ ਸ਼ੁਰੂ ਕਰ ਦਿੱਤੇ। ਔਰ ਇੱਥੇ ਹੀ ਬਸ ਨਹੀਂ, ਤੁਸੀਂ ਜਿਸ ਪੱਗ ਦੀ ਰੱਖਿਆ ਵਾਸਤੇ ਤੁਹਾਨੂੰ ਆਗੂ ਬਣਾਇਆ ਸੀ ਕਿ ਇਸ ਪੱਗ ਦੀ ਆਨ ਬਾਣ ਸਾਣ ਹੈ ਸ਼੍ਰੋਮਣੀ ਕਮੇਟੀ, ਅਤੇ ਉਸ ਪੱਗ ਨੂੰ ਤੁਸੀਂ ਹੱਥ ਪਾਇਆ। ਜਦੋਂ ਕੋਈ ਬੇਗਾਨਾ ਪੱਗ ਰੋਲਦਾ ਹੈ ਤੁਹਾਨੂੰ ਬੜਾ ਦਰਦ ਹੁੰਦਾ ਹੈ। ਵੱਡੇ ਵੱਡੇ ਪ੍ਰਚਾਰਕ ਲੋਕ ਵੀ ਵੱਡੇ ਵੱਡੇ ਭਾਸ਼ਣ ਦਿੰਦੇ ਹਨ ਵੀ ਬੜੇ ਦੁੱਖ ਦੀ ਗੱਲ ਹੈ ਵੀ ਫਲਾਣੀ ਥਾਂ 'ਤੇ ਸਿੱਖ ਦੀ ਪੱਗ ਜਿਹੜੀ ਹੈ ਉਹਨੂੰ ਹੱਥ ਪਾਇਆ ਗਿਆ, ਪਰ ਹੁਣ ਤੁਸੀਂ ਆਪ ਹੀ ਆਪਣੇ ਸਿੱਖਾਂ ਦੀ ਪੱਗਾਂ ਨੂੰ ਹੱਥ ਪਾ ਰਹੇ ਹੋ। ਇੱਕ ਗੱਲ ਦੱਸੋ ਵੀ ਜੇ ਆਗੂ ਹੀ ਉਜੜੇ ਪੈ ਜਾਏ ਤਾਂ ਇੱਕ ਗੱਲ ਤਾਂ ਦੱਸੋ। ਭਾਈ ਗੁਰਦਾਸ ਜੀ ਕਹਿੰਦੇ ਕਿਸ ਕਰੇ ਪੁਕਾਰਾ, ਬੰਦਾ ਕਿਹਦੇ ਅੱਗੇ ਜਾ ਕੇ ਆਪਣੀ ਪੁਕਾਰ ਕਰੇਗਾ। ਸਿੱਖਾਂ ਨੇ ਆਪਣਾ ਦਰਦ ਤੁਹਾਨੂੰ ਜਾ ਕੇ ਦੱਸਣਾ ਸੀ। ਤੁਸੀਂ ਸਾਰੀ ਕੌਮ ਦੀ ਆਤਮਾ ਹੋ, ਸਾਰੇ ਕੌਮ ਦਾ ਸਰੀਰ ਹੋ, ਤੁਹਾਡੇ ਕੌਮ ਦੇ ਹੱਕ ਤੁਹਾਡੇ ਕੋਲ ਨੇ, ਤੁਸੀਂ ਕੌਮ ਦੀ ਅਗਵਾਈ ਕਰਨੀ ਸੀ, ਕੌਮ ਨੂੰ ਰਸਤਾ ਦਿਖਾਉਣਾ ਸੀ। ਪਰ ਭਾਈ ਗੁਰਦਾਸ ਜੀ ਦੇ ਇਹ ਬਚਨ ਪੂਰੇ ਹੋ ਰਹੇ ਨੇ, ਆਗੂ ਲੈ ਉੱਜੜ ਪਵੈ ਕਿਸ ਕਰੇ ਪੁਕਾਰਾ। ਫਿਰ ਆਮ ਸਿੱਖ ਸਾਡੇ ਵਰਗਾ ਕਿਸ ਦੇ ਅੱਗੇ ਜਾ ਕੇ ਪੁਕਾਰ ਕਰੇ। ਅਗਲੇ ਬਚਨ ਕੀਤੇ, ਜੇਕਰ ਖੇਤੈ ਖਾਏ ਬਾੜ ਕੋ ਲਹਿ ਨਾ ਸਾਰਾ। ਕਹਿੰਦੇ ਜੇ ਖੇਤ ਨੂੰ ਬਾੜ ਹੀ ਖਾ ਜਾਏ ਤਾਂ ਉਸਨੂੰ ਉਹਦੀ ਸੰਭਾਲ ਕੌਣ ਕਰੇਗਾ। ਪਾਓ ਕਿ ਬਾੜ ਤਾਂ ਖੇਤ ਨੂੰ ਬਚਾਉਣ ਵਾਸਤੇ ਲਾਈ ਹੁੰਦੀ ਹੈ ਕਿ ਪਸ਼ੂ ਆ ਕੇ ਨੁਕਸਾਨ ਨਾ ਕਰ ਜਾਣ। ਸ਼੍ਰੋਮਣੀ ਕਮੇਟੀ ਤਾਂ ਸਾਰੀ ਸਿੱਖ ਜਥੇਬੰਦੀਆਂ ਦੀ ਇੱਕ ਬਾੜ ਸੀ, ਤਾਂ ਕਿ ਸਾਰੀ ਜਥੇਬੰਦੀਆਂ ਰੂਪੀ ਫਸਲ ਨੂੰ ਬਚਾਇਆ ਰੱਖਿਆ ਜਾ ਸਕੇ, ਸਾਰੀ ਜਥੇਬੰਦੀਆਂ ਨੂੰ ਇੱਕ ਕਰਕੇ ਇਹਦੇ ਵਿੱਚੋਂ ਸੋਹਣਾ ਰੂਹਾਨੀ ਗਿਆਨ ਪ੍ਰਗਟ ਕੀਤਾ ਜਾ ਸਕੇ। ਪਰ ਦੁੱਖ ਹੁੰਦਾ ਸਾਧ ਸੰਗਤ ਜੀਓ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਜੋ ਫਰਜ਼ ਨੇ, ਤੁਸੀਂ ਕੌਮ ਦੀ ਬਾੜ ਸੀ, ਪਰ ਬਾੜ ਹੀ ਜੇ ਖੇਤ ਨੂੰ ਖਾ ਜਾਏ ਦੱਸੋ ਤੇ ਸਹੀ ਫਿਰ ਕੌਣ ਖੇਤ ਨੂੰ ਬਚਾ ਸਕਦਾ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ, ਜੇ ਗੁਰ ਭਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਜੇ ਹੀ ਸਾਂਗ ਕਰਕੇ ਜੇ ਗੁਰੂ ਹੀ ਲੋਕਾਂ ਨੂੰ ਭਰਮਾਂ ਵਿੱਚ ਪਾ ਦੇ ਅਤੇ ਤੁਸੀਂ ਗੁਰੂ ਦਾ ਪੰਥ ਹੋ। ਜੇ ਆਤਮਾ ਗ੍ਰੰਥ ਵਿੱਚ ਹੈ ਅਤੇ ਸਰੀਰ ਪੰਥ ਵਿੱਚ ਹੈ, ਤੁਸੀਂ ਉਸ ਪੰਥ ਦੇ ਨੁਮਾਇੰਦੇ ਹੋ, ਅਗਵਾਈ ਕਰ ਰਹੇ ਹੋ। ਅਤੇ ਜੇ ਤੁਸੀਂ ਭਰਮਾਂ ਵਿੱਚ ਭਟਕਣਾ ਵਿੱਚ ਖਾਲਸਾ ਪੰਥ ਨੂੰ ਪਾਓਗੇ ਕਿ ਗੱਲ ਤੇ ਦੱਸੋ, ਜਵਾਬ ਦਿਓ ਕਿ ਸਿੱਖ ਵਿਚਾਰਾ ਕਿੱਥੇ ਜਾਵੇ, ਸਿੱਖ ਆਪਣੀ ਪੁਕਾਰ ਕਿੱਥੇ ਕਰੇ। ਸੋ ਉਹ ਗੁਰੂ ਕੇ ਸਿੱਖ ਆਪਣਾ ਦਰਦ ਲੈ ਕੇ ਸ਼੍ਰੋਮਣੀ ਕਮੇਟੀ ਕੋਲ ਗਏ, ਰੋਸਮਈ ਸ਼ਾਂਤਮਈ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਦੇ ਉੱਤੇ ਤੁਸੀਂ ਡਾਂਗਾਂ ਫੇਰਨੀਆਂ ਸ਼ੁਰੂ ਕਰ ਦਿੱਤੀਆਂ। ਪਿਆਰ ਵਾਲਿਓ ਧਿਆਨ ਕਰਨਾ, ਇੱਕ ਤਾਂ ਮੈਂ ਸਾਰੇ ਪੰਥ ਨੂੰ ਬੇਨਤੀ ਕਰਾਂਗਾ, ਜੋ ਅੱਜ ਅਸੀਂ ਜਥੇਬੰਦੀਆਂ ਵਿੱਚ ਫਿਰਕਾ ਪ੍ਰਸਤੀ ਦੇ ਵਿੱਚ ਧੜਿਆਂ ਵਿੱਚ ਵੰਡੇ ਗਏ ਹਾਂ, ਉਹ ਇੱਕ ਹੋਵੋ। ਜਿਹੜੇ ਲੋਕ ਇਸ ਚੱਕਰ 'ਚ ਲੱਗੇ ਸਨ ਕਿ ਖਾਲਸਾ ਪੰਥ ਦੁਫਾੜ ਹੋਵੇ, ਅਸੀਂ ਫਾਇਦਾ ਉਠਾਈਏ, ਉਹ ਆਪਣੇ ਉਸ ਮਨਸੂਬੇ ਵਿੱਚ ਕਾਮਯਾਬ ਹੋ ਗਏ ਨੇ। ਅਤੇ ਅੱਜ ਅਸੀਂ ਦੇਖ ਰਹੇ ਅਸੀਂ ਕਿੱਥੇ ਹਾਂ। ਉਹ ਲੋਕ ਆਪਣੇ ਮਨਸੂਬਿਆਂ ਵਿੱਚ ਕਾਮਯਾਬ ਹੋ ਗਏ ਹਾਂ ਅਤੇ ਅਸੀਂ ਸੱਚ ਜਾਣਨਾ ਅਸੀਂ ਕਿਸੇ ਪਾਸੇ ਦੇ ਵੀ ਨਹੀਂ ਰਹੇ। ਇਸ ਕਰਕੇ ਅੱਜ ਸੋਚਣਾ ਪਏਗਾ, ਇਹ ਵਿਚਾਰ ਕਰਨੀ ਪਏਗੀ ਸਾਨੂੰ ਕਿ ਪੰਥ ਇੱਕ ਹੋਵੇ। ਸਾਰੇ ਪੰਥ ਨੂੰ ਬੇਨਤੀ ਹੈ ਕਿ ਇੱਕ ਹੋ ਕੇ ਜਥੇਬੰਦੀਆਂ ਦਾ ਇਹ ਈਗੋ ਹੰਕਾਰ ਛੱਡ ਕੇ ਮੇਰੀ ਜਥੇਬੰਦੀ ਚੰਗੀ,
ਮੇਰੀ ਜਥੇਬੰਦੀ ਚੰਗੀ, ਇਹ ਸਾਰੀਆਂ ਗੱਲਾਂ ਮਿਟਾ ਕੇ, ਮੇੜ ਤੇ ਮਿਟਾ ਕੇ ਖਾਲਸਾ ਪੰਥ ਦੀ ਆਨ ਬਾਣ ਸ਼ਾਨ ਵਾਸਤੇ ਲੜੀਏ। ਗੁਰੂ ਪੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ ਦੇ ਲਈ ਅਸੀਂ ਸਾਰੇ ਮਿਲ ਕੇ ਯਤਨ ਕਰੀਏ। ਅਤੇ ਜਿਹੜੀ ਜਥੇਬੰਦੀ ਉੱਥੇ ਬੈਠੀ ਹੋਈ ਹੈ ਉਸ ਨੂੰ ਵੀ ਆਪਣੇ ਫਰਜ਼ਾਂ ਨੂੰ ਸਮਝਣਾ ਚਾਹੀਦਾ। ਜੇ ਉਹ ਫਰਜ਼ ਨਹੀਂ ਸਮਝਦੀ ਤੇ ਸੱਚ ਹੈ ਵੀ ਕੱਲ੍ਹ ਨੂੰ ਇਹ ਧਿਆਨ ਰੱਖਿਓ ਤੁਸੀਂ ਵੀ, ਜਦੋਂ ਇਤਿਹਾਸ ਲਿਖਿਆ ਜਾਣਾ ਹੈ ਤੇ ਤੁਹਾਨੂੰ ਵੀ ਨਾਰਾਇਣ ਨੂੰ ਮਹੰਤ ਦੀ ਕੈਟਾਗਰੀ ਵਿੱਚ ਲੋਕਾਂ ਨੇ ਖੜਾ ਕਰ ਦੇਣਾ। ਦਾਸ ਨਹੀਂ ਕਹਿ ਰਿਹਾ, ਪਰ ਲੋਕਾਂ ਨੇ ਜ਼ਰੂਰ ਕਹਿਣਾ ਹੈ ਕਿ ਤੁਸੀਂ ਮਹੰਤ ਨਾਰਾਇਣ ਨੂੰ ਨਾਲੋਂ ਘੱਟ ਨਹੀਂ ਕੀਤਾ, ਕਿਉਂਕਿ ਉਸਨੇ ਵੀ ਸਰਕਾਰ ਨਾਲ ਮਿਲ ਕੇ ਇਹ ਕੁਝ ਕੀਤਾ ਸੀ ਤੇ ਤੁਸੀਂ ਵੀ ਸਰਕਾਰ ਦੇ ਨਾਲ, ਉਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਕੀਤਾ ਸੀ, ਤੁਸੀਂ ਦੇਸ਼ ਦੀ ਸਰਕਾਰ ਨਾਲ ਮਿਲ ਕੇ ਇਹ ਜੋ ਕੰਮ ਕਰ ਰਹੇ ਹੋ ਨਾ, ਇਹ ਕੌਮ ਕਦੇ ਵੀ ਤੁਹਾਨੂੰ ਬਖਸ਼ੇਗੀ ਨਹੀਂ। ਇਸ ਕਰਕੇ ਜੇ ਚਾਹੁੰਦੇ ਹੋ ਕਿ ਕੌਮ ਸਾਨੂੰ ਬਖਸ਼ੇ, ਚਲੋ ਕੌਮ ਬਖਸ਼ ਵੀ ਦੇਵੇ ਇੱਕ ਵਾਰੀ, ਪਰ ਦਸਵੇਂ ਪਾਤਸ਼ਾਹ ਨੂੰ ਕੀ ਆਵਾਜ਼ ਜਾ ਕੇ ਜਵਾਬ ਦਿਓਗੇ? ਦਸਵੇਂ ਪਾਤਸ਼ਾਹ ਤੇ ਆਖੇ ਗਏ ਸਨ ਕਿ ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਗਏ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪ੍ਰਤੀਤ। ਦਸਵੇਂ ਪਾਤਸ਼ਾਹ ਨੂੰ ਕੀ ਜਵਾਬ ਦਿਓਗੇ? ਅਕਾਲ ਪੁਰਖ ਵਾਹਿਗੁਰੂ ਦੇ ਘਰ ਵਿੱਚ ਕਿਵੇਂ ਸੁਖਰੂ ਹੋਵੋਗੇ ਜਦੋਂ ਗੁਰੂ ਨੇ ਬਾਂਹ ਨਹੀਂ ਫੜਨੀ? ਗੁਰੂ ਨੇ ਕਹਿ ਦੇਣਾ ਕਿ ਮੈਂ ਬਾਂਹ ਉਸ ਦੀ ਫੜਾਂਗਾ ਜਿਹੜਾ ਸਹੀ ਤਰੀਕੇ ਨਾਲ ਚੱਲਦਾ ਹੈ, ਪਰ ਜਿਹੜਾ ਹੱਕ ਪਰਾਇਆ ਨਾਨਕਾ, ਉਸ ਸੁਵਰ ਉਸ ਗਾਏ ਗੁਰਪੀਰ ਹਾਮਾ ਤਾਂ ਪਰ ਜਾ ਮੁਰਦਾਰ ਨਾ ਖਾਏ। ਜੇ ਅਸੀਂ ਪਰਾਇਆ ਹੱਕ ਖਾਣ 'ਤੇ ਲੱਗੇ ਹੋਏ ਹਾਂ, ਪੰਥ ਦਾ ਹੱਕ, ਗਰੀਬਾਂ ਦਾ ਹੱਕ, ਜੋ ਚਾਹੀਦਾ ਤਾਂ ਇਹ ਸੀ ਵੀ ਗਰੀਬ ਸਿੱਖਾਂ ਨੂੰ ਦੇਹੋਂ ਪਾਤਸ਼ਾਹੀ ਵਾਲੇ ਬਚਨਾਂ ਨੂੰ ਅਸੀਂ ਪੂਰਾ ਕਰਦੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨਾਂ ਦੇ ਮੁਤਾਬਿਕ ਅਸੀਂ ਅੱਗੇ ਵੱਧਦੇ, ਪੰਥ ਦੀ ਬਾਂਹ ਫੜਦੇ, ਲੋਕਾਂ ਨੂੰ ਸਹੀ ਵਿੱਦਿਆ ਦਿੰਦੇ, ਲੋਕਾਂ ਨੂੰ ਘਰ ਦਿੰਦੇ, ਉਹਨਾਂ ਨੂੰ ਕੰਮ ਦਿੰਦੇ। ਚਾਹੀਦਾ ਤੇ ਇਹ ਸੀ, ਪਰ ਅਸੀਂ ਤਾਂ ਆਪਸ ਵਿੱਚੋਂ ਡਾਂਗੋ ਡਾਂਗੀ ਹੋਈ ਜਾ ਰਹੇ ਹਾਂ। ਇਸ ਕਰਕੇ ਸਾਰੇ ਪੰਥ ਨੂੰ ਬੇਨਤੀ ਹੈ, ਭਾਈ ਇੱਕ ਹੋਵੋ ਤੇ ਇਹ ਜਿਹੜੀ ਦਾਸ ਦੀ ਆਵਾਜ਼ ਹੈ ਅੱਗੇ ਤੱਕ ਪਹੁੰਚਾਓ, ਤਾਂ ਕਿ ਕੋਈ ਵੀ ਗੁਰਮੁਖ ਪਿਆਰਾ ਇਸ ਵੀਡੀਓ ਦੇ ਰਾਹੀਂ ਜੇ ਕੋਈ ਸਿੱਖਿਆ ਲੈ ਸਕੇ ਅਤੇ ਆਪਣੇ ਪਰਿਵਾਰ ਨੂੰ, ਆਪਣੇ ਪੰਥ ਨੂੰ, ਆਪਣੇ ਘਰ ਨੂੰ, ਆਪਣੇ ਦੇਸ਼ ਨੂੰ ਬਚਾ ਸਕੇ। ਉਸ ਲਈ ਦਾਸ ਬੇਨਤੀ ਕਰਦਾ ਹੈ ਕਿ ਆਪਾਂ ਵੱਧ ਚੜ੍ਹ ਕੇ ਇਸ ਵੀਡੀਓ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਯਤਨ ਕਰੀਏ ਅਤੇ ਇਸ ਵਿਚਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਈਏ ਔਰ ਸਮਝਣ ਦਾ ਯਤਨ ਕਰੀਏ ਕਿ ਸਾਡੇ ਸਾਰਿਆਂ ਦੇ ਜੋ ਫਰਜ਼ ਨੇ ਅਸੀਂ ਆਪੋ ਆਪਣੇ ਫਰਜ਼ ਨਿਭਾਈਏ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਸੋ ਇਤਨੇ ਵਚਨ ਪ੍ਰਵਾਨ, ਸਾਰਿਆਂ ਦਾ ਧੰਨਵਾਦ। ਆਪ ਜੀ ਨੇ ਪਹਿਲਾਂ ਵੀ ਬਹੁਤ ਪਿਆਰ ਦਿੱਤਾ ਹੈ, ਆਸ ਹੈ ਕਿ ਹੁਣ ਵੀ ਪਿਆਰ ਦੇ ਕੇ ਇਹ ਵਿਚਾਰ ਲੋਕਾਂ ਤੱਕ ਪਹੁੰਚਾਉਣ ਦਾ ਆਪ ਜੀ ਯਤਨ ਕਰੋਗੇ। ਸੋ ਇਤਨੀਆਂ ਬੇਨਤੀਆਂ ਪ੍ਰਵਾਨ। ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ